Hello students, today we are going to start a new lecture that is based on the climatology layers of atmosphere. In this we will include the composition and structure of the atmosphere, ਵਾਯੂਮੰਡਲ ਦਾ ਸੰਗਠਨ ਅਤੇ ਉਸ ਦੀ ਬਣਤਰ ਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਅਰਥਸ ਐਟਮੋਸਫੇਅਰ ਹੈ ਕੀ ਹੈ। ਐਟਮੋਸਫੇਅਰ ਇਜ਼ ਅ ਥਿਕ ਗੈਸ਼ੀਅਸ ਇਨਵੈਲਪ ਵਿਚ ਸਰਾਊਂਡਸ ਦ ਅਰਥ from all sides, same as ਜਿੱਦਾਂ ਤੁਸੀਂ ਇਹ ਡਾਇਗਰਾਮ ਦੇਖ ਰਹੇ ਹੋ, ਇਹ ਧਰਤੀ ਨੂੰ ਠੀਕ ਹੈ ਸਾਰੇ ਪਾਸਿਆਂ ਤੋਂ ਇੱਕ ਗੈਸ਼ੀਅਸ ਜਿਹੜਾ ਕਵਚ ਤੁਸੀਂ ਕਹਿ ਸਕਦੇ ਹੋ, ਗੈਸਾਂ ਨੇ ਉਹ ਢੱਕਿਆ ਹੋਇਆ ਹੈ ਧਰਤੀ ਨੂੰ ਆਲੇ ਦੁਆਲੇ ਤੋਂ, ਇੱਕ ਗੈਸਾਂ ਨੇ ਢੱਕਿਆ ਹੋਇਆ ਹੈ। ਠੀਕ ਹੈ, ਇਹਨਾਂ ਦੀ ਇੱਕ ਥਿਕ ਗੈਸ਼ੀਅਸ ਇਨਵੈਲਪ ਹੈ, ਕਵਚ ਬਣਿਆ ਹੋਇਆ ਜਿਹਨੇ ਧਰਤੀ ਨੂੰ ਢੱਕਿਆ ਹੋਇਆ ਹੈ ਐਂਡ ਇਟ ਇਜ਼ ਅਟੈਚਡ ਟੂ ਦ ਅਰਥ ਸਰਫੇਸ ਡਿਊ ਟੂ ਇਟਸ ਗ੍ਰੈਵੀਟੇਸ਼ਨਲ ਫੋਰਸ। ਇਹ ਧਰਤੀ ਨਾਲ ਜੁੜਿਆ ਹੋਇਆ ਹੈ ਗੁਰੂਤਾ ਖਿੱਚ ਸ਼ਕਤੀ ਦੇ ਕਰਕੇ। ਠੀਕ ਹੈ, ਅਤੇ ਜਿਵੇਂ ਤੁਸੀਂ ਸੇਮ ਐਜ਼ ਦਿਸ ਡਾਇਗਰਾਮ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਤੁਹਾਡੀ ਅਰਥ ਸਿੰਪਲ ਡਾਇਗਰਾਮ ਡੈਟ ਆਈ ਪਿਕਡ ਫਰੋਮ ਦ ਨੈਟ। ਠੀਕ ਹੈ, ਇਹ ਅਰਥ ਬਣਾਈ ਹੋਈ ਹੈ ਇਹਨਾਂ ਨੇ, ਅਤੇ ਆਲੇ ਦੁਆਲੇ ਜਿਹੜੇ ਇਹ ਤੁਸੀਂ ਦੇਖ ਸਕਦੇ ਹੋ ਇਹਨੂੰ ਕਵਰ ਕੀਤਾ ਹੋਇਆ ਹੈ ਗੈਸ਼ੀਅਸ ਫਾਰਮ ਦੇ ਵਿੱਚ। ਠੀਕ ਹੈ, ਗੈਸ਼ੀਅਸ ਫਾਰਮ ਦੇ ਨਾਲ ਇੱਕ ਜਿਹੜਾ ਕਵਰ ਪਿਆ ਹੋਇਆ, ਇੱਕ ਢੱਕਿਆ ਹੋਇਆ, ਉਹਨੂੰ ਤੁਸੀਂ ਕੀ ਬੋਲ ਸਕਦੇ ਹੋ, ਐਟਮੋਸਫੀਅਰ। ਠੀਕ ਹੈ, ਹੁਣ ਜਿਹੜੇ ਇੱਥੇ ਟ੍ਰੋਪੋਸਫੀਅਰ, ਸਟੈਟੋਸਫੀਅਰ, ਮੈਸੋਸਫੀਅਰ, ਥਰਮੋਸਫੀਅਰ, ਐਕਸੋਸਫੀਅਰਸ ਦੇਖੇ ਨੇ, ਇਹ ਤਾਂ ਇਹਦੀਆਂ ਲੇਅਰਸ ਜਿਵੇਂ ਤੁਸੀਂ ਕਹਿ ਸਕਦੇ ਹੋ ਨੇ। ਬਟ ਬਿਫੋਰ ਦਿਸ, ਇਸ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਕੰਪੋਜੀਸ਼ਨ ਆਫ ਐਟਮੋਸਫੀਅਰ। ਠੀਕ ਹੈ, ਸੰਗਠਨ ਦੇ ਵਿੱਚ ਤੁਸੀਂ ਗੱਲ ਕਰੋ ਤਾਂ ਉਹਦੇ ਵਿੱਚ ਕੀ ਹੈ ਮੇਨਲੀ, ਤਾਂ ਕਿਸ ਚੀਜ਼ ਤੋਂ ਬਣਿਆ ਹੋਇਆ ਮੇਨ ਜਿਹੜਾ ਹੈ, ਗੈਸਿਸ ਨੇ, ਵਾਟਰ ਵੇਪਰਸ ਨੇ ਐਂਡ ਡਸਟ ਪਾਰਟੀਕਲਸ, ਜਿਹੜੇ ਮੇਨ 3 ਇਹਦੇ ਵਿੱਚ ਆਉਂਦੇ ਨੇ। ਗੈਸਿਸ ਦੇ ਵਿੱਚ ਜਿਹੜੇ ਸਭ ਤੋਂ ਇੰਪੋਰਟੈਂਟ ਗੈਸਿਸ ਨੇ ਉਹਦੇ ਵਿੱਚ ਤੁਸੀਂ ਕਾਰਬਨ ਡਾਈਆਕਸਾਈਡ ਇਜ਼ ਵੈਰੀ ਇੰਪੋਰਟੈਂਟ ਗੈਸ। ਠੀਕ ਹੈ, ਜਿਹੜੀ ਸਾਨੂੰ ਸੂਰਜ ਤੋਂ ਮਿਲਦੀ ਹੈ ਇਨਕਮਿੰਗ ਸੋਲਰ ਰੇਡੀਏਸ਼ਨਸ ਤੋਂ। ਠੀਕ ਹੈ, ਇਟ ਅਬਜ਼ਰਵਸ ਅ ਪਾਰਟ ਆਫ ਟੈਰੇਸਟਰੀਅਲ ਰੇਡੀਏਸ਼ਨ ਐਂਡ ਰਿਫਲੈਕਟਸ ਬੈਕ ਸਮ ਪਾਰਟ ਆਫ ਇਟਸ ਟੂਵਰਡਸ ਦ ਅਰਥ ਸਰਫੇਸ। ਠੀਕ ਹੈ, ਕੁਛ ਜਿਹੜਾ ਇਹਦਾ ਪਾਰਟ ਹੁੰਦਾ ਉਹ ਟੈਰੇਸਟਰੀਅਲ ਰੇਡੀਏਸ਼ਨ ਜਿਹੜੀ ਧਰਤੀ ਉਹ ਸੋਖ ਲੈਂਦੀ ਹੈ, ਅਤੇ ਬਾਅਦ 'ਚੋਂ ਜਿਹੜਾ ਕੁਛ ਪਾਰਟ ਹੁੰਦਾ ਰਿਫਲੈਕਟਸ ਬੈਕ ਸਮ ਟੂਵਰਡਸ ਦ ਅਰਥ ਸਰਫੇਸ, ਉੱਥੋਂ ਵਾਪਸ ਚਲੀ ਜਾਂਦੀ ਹੈ। ਉਸ ਤੋਂ ਬਾਅਦ ਤੁਸੀਂ ਗੱਲ ਕਰੋ ਵਾਟਰ ਵੇਪਰਸ ਦੀ। ਵਾਟਰ ਵੇਪਰਸ ਦਾ ਮਤਲਬ ਕੀ ਹੈ, ਜਲ ਵਾਸ਼ਪਕਣ। steam is released which is gaseous form of water, that is water vapor। ਠੀਕ ਹੈ, ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਇੱਕ ਗੈਸ ਦੇ ਉੱਤੇ ਬਾਉਲ ਰੱਖ ਦਿਓ ਪਾਣੀ ਗਰਮ ਕਰਨ ਲਈ, ਉਹਦੇ ਉੱਤੇ ਤੁਸੀਂ ਪਲੇਟ ਰੱਖ ਸਕਦੇ ਹੋ। ਪਲੇਟ ਰੱਖ ਤੋਂ ਬਾਅਦ ਜੋ ਤੁਸੀਂ ਦੇਖੋਗੇ ਜਿਹੜੀ ਸਟੀਮ ਹੈ ਉਹ ਪਾਣੀ ਦੀਆਂ ਬੂੰਦਾਂ ਉਸ ਪਲੇਟ ਦੇ ਉੱਤੇ ਮਤਲਬ ਆ ਜਾਂਦੀਆਂ ਨੇ। ਤਾਂ ਉਹ ਕੀ ਹੋਇਆ, ਜਿਹੜਾ ਸਟੀਮ ਇਜ਼ ਰਿਲੀਜ਼ ਜਿਹੜੀ ਹੋਈ, ਉਹ ਜਿਹੜੇ ਕਣ ਸੀ ਪਾਣੀ ਦੇ, ਜਲਵਾਸ਼ਪ ਕਣ ਸੀ, ਉਹ ਪਲੇਟ 'ਤੇ ਚਪਕ ਗਏ। ਠੀਕ ਹੈ, ਉਹਨੂੰ ਤੁਸੀਂ ਕੀ ਬੋਲਦੇ ਹੋ, ਵਾਟਰ ਵੇਪਰ। ਸੇਮ ਐਜ਼ ਇਹ ਸਾਨੂੰ ਸਾਡੇ ਐਟਮੋਸਫੇਅਰ ਵਿੱਚ ਵੀ ਮਿਲਦੇ ਨੇ। ਠੀਕ ਹੈ, ਜਿਹੜੇ ਡਿਕਰੀਜ਼ਸ ਵਿਦ ਦ ਐਲਟੀਟਿਊਡ, ਜਦੋਂ ਵੀ ਅਸੀਂ ਹਾਈਟ ਉੱਤੇ ਜਾਂਦੇ ਹਾਂ ਤਾਂ ਇਹ ਐਲਟੀਟਿਊਡ ਹਾਈਟ ਵਧਣ ਦੇ ਨਾਲ ਡਿਕਰੀਜ਼ ਹੋ ਜਾਂਦੇ ਨੇ। ਠੀਕ ਹੈ, ਅਤੇ ਇਹਨਾਂ ਦੀ ਜਿਹੜੀ ਰੇਂਜ ਹੈਗੀ ਹੈ ਉਹ ਵੀ 1 to 4% ਮਿਲਦੀ ਹੈ। ਜੇ ਤੁਸੀਂ ਵਾਰਮ ਅਤੇ ਵੈਟ ਟ੍ਰੋਪਿਕਸ ਦੀ ਗੱਲ ਕਰਦੇ ਹੋ ਤਾਂ ਉੱਥੇ 4% ਮਿਲਦੇ ਨੇ। ਜੇ ਡਰਾਈ ਅਤੇ ਕੋਲਡ ਏਰੀਆਜ਼ ਜਾਂ ਡੈਜ਼ਰਟ ਐਂਡ ਪੋਲਰ ਰੀਜਨਸ ਦੀ ਗੱਲ ਕਰਦੇ ਹੋ, ਜਿੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ, ਤਾਂ ਉੱਥੇ ਲੈਸ ਦੈਨ 1% ਮਿਲਦੇ ਨੇ। ਠੀਕ ਹੈ, ਡਿਕਰੀਜ਼ਸ ਫਰੋਮ ਦ ਇਕੁਏਟਰ ਟੂਵਰਡਸ ਦ ਪੋਲ, ਸਿੰਪਲੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਇਹ ਵਾਟਰ ਵੇਪਰਸ ਨੇ, ਇਹ ਜਦੋਂ ਤੁਸੀਂ ਭੂਮਧ ਰੇਖਾ ਤੋਂ ਪੋਲਰ ਧਰੁਵਾਂ ਵੱਲ ਨੂੰ ਜਾਂਦੇ ਹੋ ਤਾਂ ਉਹਨਾਂ ਦੀ ਜਿਹੜੀ ਮਾਤਰਾ ਹੈਗੀ ਹੈ ਉਹ ਘਟਦੀ ਜਾਂਦੀ ਹੈ। ਠੀਕ ਹੈ, ਔਰ ਵਾਟਰ ਵੇਪਰ ਆਲਸੋ ਕੰਟਰੀਬਿਊਟਸ ਟੂ ਦ ਸਟੇਬਿਲਿਟੀ ਐਂਡ ਇਨਸਟੇਬਿਲਿਟੀ ਆਫ ਦ ਇਨ ਦ ਏਅਰ। ਠੀਕ ਹੈ, ਅਸੀਂ ਜਿਹੜੀ ਇਹ ਟਰਮਸ ਨੇ ਇਹਨਾਂ ਨੂੰ ਇਸ ਚੈਪਟਰ ਦੇ ਵਿੱਚ ਨੈਕਸਟ ਜਿਹੜੀਆਂ ਸਾਡੀਆਂ ਵੀਡੀਓਜ਼ ਆਉਣਗੀਆਂ ਉਹਦੇ ਵਿੱਚ ਡਿਸਕ੍ਰਾਈਬ ਕਰਾਂਗੇ ਵਾਟ ਇਜ਼ ਸਟੇਬਿਲਿਟੀ ਐਂਡ ਇਨਸਟੇਬਿਲਿਟੀ ਇਨ ਦ ਏਅਰ, ਰਾਈਟ। ਦੈਨ ਥਰਡ ਕੀ ਆਉਂਦਾ, ਡਸਟ ਪਾਰਟੀਕਲਸ। ਡਸਟ ਪਾਰਟੀਕਲਸ ਕੀ ਹੁੰਦੇ ਨੇ, ਧੂੜ ਕਣ। ਜਦੋਂ ਤੁਸੀਂ ਕਾਫੀ ਟਾਈਮ ਤੋਂ, ਫੋਰ ਐਗਜ਼ਾਮਪਲ ਕਾਫੀ ਟਾਈਮ ਤੋਂ ਕੋਈ ਰੂਮ ਬੰਦ ਪਿਆ, ਤੁਸੀਂ ਜਦੋਂ ਉਹਨੂੰ ਖੋਲ੍ਹਦੇ ਹੋ ਤਾਂ ਸੂਰਜ ਦੀ ਰੋਸ਼ਨੀ ਦੀ ਕਿਰਨ ਦੇ ਵਿੱਚ ਤੁਹਾਨੂੰ ਹਲਕੇ ਹਲਕੇ ਧੂੜ ਕਣ ਜਿਹੜੇ ਨੇ ਹਵਾ ਦੇ ਵਿੱਚ ਲਟਕਦੇ ਨਜ਼ਰ ਆਉਂਦੇ ਨੇ। ਠੀਕ ਹੈ, ਐਟਮੋਸਫੇਅਰ ਹੈਜ਼ ਅ ਸਫੀਸ਼ੀਐਂਟ ਕੈਪੈਸਿਟੀ ਟੂ ਕੀਪ ਸਮਾਲ ਸੋਲਿਡ ਪਾਰਟੀਕਲਸ, ਜਿਹੜੇ ਮੇ ਬੀ ਓਰੀਜਨੇਟ ਹੋ ਸਕਦੇ ਨੇ, ਬਣ ਸਕਦੇ ਨੇ, ਅਲੱਗ-ਅਲੱਗ ਸਰੋਤਸ ਜਿਹੜੇ ਇਹਦੇ ਸਰੋਤ ਹੈਗੇ ਨੇ, ਸੋਰਸਿਸ ਹੈਗੇ ਨੇ, ਉਹਨਾਂ ਤੋਂ ਬਣ ਸਕਦੇ ਨੇ। ਠੀਕ ਹੈ, ਜਿਵੇਂ ਸੀ ਸਾਲਟਸ ਹੋ ਗਏ, ਲੂਣ ਹੋ ਗਏ, ਸਮੋਕ ਹੋ ਗਿਆ, ਧੂੰਆਂ ਹੋ ਗਿਆ। ਠੀਕ ਹੈ, ਐਸ਼ ਹੋ ਗਈ, ਡਸਟ ਪਾਰਟੀਕਲਸ ਹੋ ਗਏ, ਪੋਲਨਸ ਹੋ ਗਏ, ਸੌਰੀ। ਠੀਕ ਹੈ, ਜਿਹੜੇ ਇਹ ਸਾਰੇ ਕੀ ਹੁੰਦੇ ਨੇ, ਇਹਨਾਂ ਦੇ ਸਰੋਤ ਨੇ ਡਸਟ ਪਾਰਟੀਕਲਸ ਦੇ। ਔਰ ਮੇਨਲੀ ਇਹਨਾਂ ਦੀ ਜਿਹੜੀ ਕੌਨਸਨਟ੍ਰੇਸ਼ਨ ਹੈ, ਜਿਹੜੀ ਜ਼ਿਆਦਾ ਮਾਤਰਾ ਹੈਗੀ ਆ, ਉਹ ਲੋਅਰ ਲੇਅਰਸ ਜਿਹੜੀਆਂ ਤੁਸੀਂ ਐਟਮੋਸਫੇਅਰ ਦੇ ਨੈਕਸਟ ਪੜ੍ਹੋਗੇ, ਨਿਚਲੀਆਂ ਜਿਹੜੀਆਂ ਪਰਤਾਂ ਨੇ ਉਹਨਾਂ ਦੇ ਵਿੱਚ ਇਹ ਜ਼ਿਆਦਾ ਮਿਲਦੇ ਨੇ।
ਜੇ ਤੁਸੀਂ ਹਾਇਰ ਕੰਸਨਟ੍ਰੇਸ਼ਨਸ ਦੀ ਗੱਲ ਕਰੋ, ਜ਼ਿਆਦਾ ਜਿਹੜੇ ਡਸਟ ਪਾਰਟੀਕਲਸ ਨੇ ਤੁਹਾਨੂੰ ਉਹ ਸਬ ਟ੍ਰੋਪੀਕਲ ਐਂਡ ਟੈਂਪਰੇਟ ਰੀਜਨਸ ਦੇ ਵਿੱਚ ਮਿਲਦੇ ਨੇ, ਬਿਕਾਜ਼ ਡਿਊ ਟੂ ਡਰਾਈ ਵਿੰਡਸ ਐਂਡ ਇਨ ਕੰਪੈਰੀਜ਼ਨ ਟੂ ਦ ਇਕੁਆਟੋਰੀਅਲ ਐਂਡ ਪੋਲਰ ਰੀਜਨਸ। ठीक है, डस्ट एंड सॉल्ट पार्टिकल्स एक्ट एज हाइग्रोस्कोपिक न्यूक्लिया अराउंड विच वाटर वेपर कंडेंसेस टू प्रोड्यूस क्लाउड्स। इस जो हाइग्रोस्कोपिक न्यूक्लिया ये तुसी जो प्रेसिपिटेशन वाला चैप्टर करोगे दैन आई विल एक्सप्लेन इट इन वेरी डिटेल। ठीक है, तो तुसी नैक्सट मतलब एक जो मेन कंपोजिशन असी ब्रीफ च इत्थे इंट्रोडक्शन दे रहे हैं इस चीज़ की कि ये जी कंपोजिशन मेनली गैसेज ਤੇ ਵਾਟਰ ਵੇਪਰ ਐਂਡ ਡਸਟ ਪਾਰਟੀਕਲਸ ਹੁੰਦੇ ਨੇ। ਔਰ ਗੈਸਿਸ ਜਿਹੜੀਆਂ ਹੈਗੀਆਂ ਨੇ, ਠੀਕ ਹੈ, ਉਹ ਐਟਮੋਸਫੀਅਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਨਾਈਟ੍ਰੋਜਨ ਮਿਲਦੀ ਹੈ, ਠੀਕ ਹੈ, 78.08%। ਦੈਨ ਆਕਸੀਜਨ ਹੈ ਫਿਰ, ਠੀਕ ਹੈ, 20.95% ਮਿਲਦੀ ਹੈ ਸਾਨੂੰ। ਅਤੇ ਜਿਹੜੀਆਂ ਕੁਛ ਹੋਰ ਗੈਸਿਸ ਨੇ, ਅਦਰ ਗੈਸਿਸ ਨੇ, ਉਹ ਨੇ ਆਰਗਨ, ਨਿਓਨ, ਜਨੂਨ, ਹਾਈਡਰੋਜਨ, ਹੀਲੀਅਮ, ਕ੍ਰਿਪਟਨ ਐਂਡ ਕਾਰਬਨ ਡਾਈਆਕਸਾਈਡ, ਰਾਈਟ। ਇਹ ਸਾਰੀਆਂ ਜਿਹੜੀਆਂ ਗੈਸਿਸ ਦੇ ਸਾਰੀਆਂ ਮਿਲਾ ਕੇ 1% ਤੱਕ ਅਰਾਊਂਡ ਬਣ ਜਾਂਦੀਆਂ ਨੇ, ਠੀਕ ਹੈ। ਇਹ ਮੇਨ ਤੁਸੀਂ ਇਹਨਾਂ ਨੂੰ ਮੇਜਰ ਅਤੇ ਮਾਈਨਰ ਗੈਸਿਸ ਵਿੱਚ ਵੀ ਵੰਡ ਕਰਕੇ ਲਿਖ ਸਕਦੇ ਹੋ, ਅਤੇ ਤੁਸੀਂ ਇਹ ਡਾਇਗਰਾਮ ਜਿਹੜੀ ਹੈ ਐਜ਼ ਇਟ ਇਜ਼ ਬਣਾ ਕੇ ਵੀ ਆ ਸਕਦੇ ਹੋ ਆਪਣੇ ਐਗਜ਼ਾਮ ਦੇ ਵਿੱਚ। then comes to the structure of the atmosphere। ਤੁਸੀਂ ਗੱਲ ਕੀਤੀ ਕਿ ਐਟਮੋਸਫੇਅਰ ਕੀ ਹੈ, ਗੈਸਾਂ ਦਾ ਇੱਕ ਕਵਚ ਜਿਹੜਾ ਹੈ ਸਾਡੀ ਧਰਤੀ ਨੂੰ ਉਹਨੇ ਕਵਰ ਕੀਤਾ ਹੋਇਆ ਹੈ, ਠੀਕ ਹੈ। ਉਹਦੇ ਵਿੱਚ ਮੇਨ ਜਿਹੜੀ ਕੰਪੋਜੀਸ਼ਨ ਤੁਸੀਂ ਪੜ੍ਹੀ ਉਹ ਗੈਸਿਸ ਦੀ ਹੈ, ਵਾਟਰ ਵੇਪਰਸ ਦੀ ਹੈ ਐਂਡ ਡਸਟ ਪਾਰਟੀਕਲਸ ਦੀ ਹੈ। ਦੈਨ ਅਸੀਂ ਹੁਣ ਕਰਨ ਜਾ ਰਹੇ ਹਾਂ ਸਟਰਕਚਰ ਆਫ ਦਾ ਐਟਮੋਸਫੇਅਰ, ਮੀਨਸ ਬਣਤਰ ਕਿੱਦਾਂ ਦੀ ਐਟਮੋਸਫੇਅਰ ਦੀ। ਜਿਹੜਾ ਇਹ ਤੁਸੀਂ ਕਿਹਾ ਕਿ ਧਰਤੀ ਨੂੰ ਢਕਿਆ ਹੋਇਆ, ਉਹ ਬਣਤਰ ਉਸ ਦੀ ਕਿਸ ਤਰ੍ਹਾਂ ਦੀ ਹੈ। ਜਿਹੜੀ ਤੁਸੀਂ ਲੇਅਰਸ ਦੀ ਗੱਲ ਕਰਦੇ ਹੋ ਅਸੀਂ ਇਸ ਦੇ ਵਿੱਚ ਪੜਾਂਗੇ, ਠੀਕ ਹੈ। ਹੁਣ ਜੇ ਤੁਸੀਂ ਦੇਖੋ ਤਾਂ ਜਿਹੜੀ ਇਹ ਡਾਇਗਰਾਮ ਸ਼ੋ ਕਰ ਰਹੇ, ਇੱਕ ਸਾਈਡ 'ਤੇ ਤੁਸੀਂ ਐਲਟੀਟਿਊਡ ਮੀਨਸ ਹਾਈਟ ਦੇਖ ਰਹੇ ਹੋ, ਇੱਕ ਸਾਈਡ 'ਤੇ ਪ੍ਰੈਸ਼ਰ ਦੇਖ ਰਹੇ ਹੋ ਐਂਡ ਟੈਂਪਰੇਚਰ ਸ਼ੋ ਕੀਤਾ, ਠੀਕ ਹੈ। ਜਿਹੜੀ ਐਟਮੋਸਫੀਅਰ ਦੀ ਗੱਲ ਕਰਦੇ ਹਾਂ ਅਸੀਂ, ਸਭ ਤੋਂ ਪਹਿਲਾਂ ਉਹਦੇ ਵਿੱਚ ਟ੍ਰੋਪੋਸਫੀਅਰ ਆਉਂਦੀ ਹੈ, ਸਟ੍ਰੈਟੋਸਫੀਅਰ ਲੇਅਰ ਆਉਂਦੀ ਹੈ, ਮੈਸੋਸਫੀਅਰ ਆਉਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਥਰਮੋਸਫੀਅਰ, ਐਕਸੋਸਫੀਅਰ। ਫॉर ਪੰਜਾਬੀ ਮੀਡੀਅਮ ਤੁਸੀਂ ਕਹਿ ਸਕਦੇ ਹੋ ਜਿਹੜੀ ਫਸਟ ਲੇਅਰ ਜਿਹੜੀ ਹੈਗੀ ਹੈ ਡੈਟ ਇਜ਼ ਦਾ ਟ੍ਰੋਪੋਸਫੀਅਰ, ਠੀਕ ਹੈ। ਟ੍ਰੋਪੋਸਫੀਅਰ ਨੂੰ ਤੁਸੀਂ ਪੰਜਾਬੀ ਵਿੱਚ ਪਰਿਵਰਤਨ ਮੰਡਲ ਕਹਿ ਸਕਦੇ ਹੋ, ਆਈ ਥਿੰਕ ਸੋ। and it is the atmospheric layer between the earth's surface and an altitude 8 km at the poles and 18 km at the equator। ਜੇ ਤੁਸੀਂ ਇਹਦੀ ਹਾਈਟ ਦੀ ਗੱਲ ਕਰੋ ਤਾਂ ਪੋਲਸ 'ਤੇ ਜਿਹੜੀ ਇਹਦੀ ਹਾਈਟ ਹੈਗੀ ਉਹ 8 ਕਿਲੋਮੀਟਰ ਹੈ ਅਤੇ 18 ਕਿਲੋਮੀਟਰ ਜਿਹੜੀ ਹੈਗੀ ਹੈ ਭੂਮੱਧ ਰੇਖਾ 'ਤੇ ਹੈ, ਠੀਕ ਹੈ। the thickness is greater at the equator because heated air rises to greater heights। ਇਹਦੀ ਜ਼ਿਆਦਾ ਜਿਹੜੀ ਥਿਕਨੈਸ ਹੈ ਉਹ ਭੂਮੱਧ ਰੇਖਾ 'ਤੇ ਜ਼ਿਆਦਾ ਕਿਉਂ ਹੈ, ਕਿਉਂਕਿ ਗਰਮ ਹਵਾ ਜਿਹੜੀ ਹੈਗੀ ਹੈ ਉੱਪਰ ਜਾ ਕੇ ਫੈਲਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਜਿੱਥੇ ਇਸ ਲੇਅਰ ਦੀ ਟ੍ਰੋਪੋਸਫੀਅਰ ਦੀ ਤੁਸੀਂ ਗੱਲ ਕਰ ਰਹੇ ਹਾਂ ਆਪਾਂ, ਜਿੱਥੇ ਇਸ ਲੇਅਰ ਦਾ ਐਂਡ ਹੁੰਦਾ, ਬਾਉਂਡਰੀ ਆ ਜਾਂਦੀ ਹੈ, ਠੀਕ ਹੈ, ਲਾਈਕ ਸੀ ਇਨ ਦਿਸ ਡਾਇਗਰਾਮ ਇੱਥੇ, ਠੀਕ ਹੈ। ਇਹਨੂੰ ਇੱਥੇ ਵਰਡ ਲਿਖਿਆ ਟ੍ਰੋਪੋਪੌਜ਼। ਪੌਜ਼ ਦਾ ਮੀਨਿੰਗ ਕੀ ਹੈ ਕਿ ਇੱਥੋਂ ਇਸ ਤੋਂ ਬਾਅਦ ਇਹਦੀ ਸੀਮਾ ਜਿਹੜੀ ਹੈਗੀ ਹੈ ਖ਼ਤਮ ਹੋ ਗਈ ਅਤੇ ਦੂਸਰੀ ਲੇਅਰ ਸਟਾਰਟ ਹੋ ਗਈ ਹੈ। ਮਤਲਬ ਜਿਹੜੀ ਵੀ ਲੇਅਰ ਦੀ ਬਾਉਂਡਰੀ ਜਿੱਥੇ ਜਾ ਕੇ ਖ਼ਤਮ ਹੁੰਦੀ ਹੈ ਉਹਨੂੰ ਅਸੀਂ ਪੌਜ਼ ਵਰਡ ਦੇ ਨਾਲ ਡਿਸਕ੍ਰਾਈਬ ਕਰਦੇ ਹਾਂ, ਟ੍ਰੋਪੋਪੌਜ਼, ਸਟ੍ਰੈਟੋਪੌਜ਼, ਮੀਜ਼ੋਪੌਜ਼, ਰਾਈਟ। ਮਤਲਬ ਕੀ ਹੈ, ਜਿੱਥੇ ਤੁਸੀਂ ਸਿੰਪਲੀ ਇਹ ਵੀ ਕਹਿ ਸਕਦੇ ਹੋ ਜਿੱਥੇ ਟ੍ਰੋਪੋਸਫੀਅਰ ਦਾ ਐਂਡ ਹੁੰਦਾ, ਜਿੱਥੇ ਇਸ ਦੀ ਬਾਉਂਡਰੀ ਖ਼ਤਮ ਹੁੰਦੀ ਹੈ ਉਸ 'ਤੇ ਉਹਨੂੰ ਅਸੀਂ ਕੀ ਬੋਲਦੇ ਹਾਂ, ਟ੍ਰੋਪੋਪੌਜ਼, ਠੀਕ ਹੈ। ਔਰ ਦ ਟੈਂਪਰੇਚਰ ਇਨ ਦਿਸ ਲੇਅਰ as one goes upwards fall at the rate 6.5 degree per kilometer and reaches -45 degree Celsius at the poles, ਠੀਕ ਹੈ, ਜਿਸ ਨੂੰ ਤੁਸੀਂ ਨੋਰਮਲ ਲੈਪਸ ਰੇਟ ਵੀ ਬੋਲ ਦਿੰਦੇ ਹੋ, ਠੀਕ ਹੈ। ਉੱਪਰ ਜਾਣ ਦੇ ਨਾਲ ਜਦੋਂ ਤੁਸੀਂ ਗੱਲ ਕਰੀਏ ਕਿ 165 ਮੀਟਰਸ ਉੱਪਰ ਜਾਣ ਨਾਲ, ਠੀਕ ਹੈ, ਟੈਂਪਰੇਚਰ ਜਿਹੜਾ ਹੈਗਾ ਉਹ ਡਿਕਰੀਜ਼ ਹੋਣਾ ਸ਼ੁਰੂ ਹੋ ਜਾਂਦਾ, ਉਹਨੂੰ ਤੁਸੀਂ ਨੋਰਮਲ ਲੈਪਸ ਰੇਟ ਬੋਲਦੇ ਹੋ, ਠੀਕ ਹੈ। ਜੇ ਤੁਸੀਂ ਗੱਲ ਕਰੋ ਆਲ ਦ ਵੈਦਰ ਫਿਨੋਮੀਨਾਜ਼ ਅਕਰਡ ਇਨ ਦਿਸ ਲੇਅਰ, ਜਿੰਨੇ ਵੀ ਤੁਹਾਡੇ ਵੈਦਰ ਫਿਨੋਮੀਨਾਜ਼ ਨੇ ਸਾਰੇ ਇਸੇ ਲੇਅਰ ਦੇ ਵਿੱਚ ਮਿਲਦੇ ਨੇ, ਲਾਈਕ ਯੂ ਕੈਨ ਸੀ ਇਨ ਦਿਸ ਡਾਇਗਰਾਮ। ਲਾਈਕ ਜੇ ਤੁਸੀਂ ਕਲਾਊਡਸ ਦੀ ਗੱਲ ਕਰੋ, ਠੀਕ ਹੈ, ਸਾਰੇ ਵੈਦਰ ਫਿਨੋਮੀਨਾ, ਵਿੰਡਸ ਦੀ ਗੱਲ ਕਰੋ, ਉਹ ਸਾਰੇ ਇਸੇ ਜਿਹੜੀ ਟ੍ਰੋਪੋਸਫੀਅਰ ਦੀ ਜਿਹੜੀ ਲੇਅਰ ਹੈਗੀ ਸਾਨੂੰ ਉਹਦੇ ਵਿੱਚ ਹੀ ਮਿਲਦੇ ਨੇ, ਠੀਕ ਹੈ। ਇਹ ਡਾਇਗਰਾਮ ਵੀ ਤੁਸੀਂ ਬਣਾ ਕੇ ਆ ਸਕਦੇ ਹੋ ਆਪਣੇ ਐਗਜ਼ਾਮ ਦੇ ਵਿੱਚ। ਨੈਕਸਟ ਜੇ ਅਸੀਂ ਗੱਲ ਕਰੀਏ ਸੈਕਿੰਡ ਜਿਹੜੀ ਲੇਅਰ ਹੈਗੀ, ਦੂਸਰੀ ਜਿਹੜੀ ਪਰਤ ਹੈ ਡੈਟ ਇਜ਼ ਸਟ੍ਰੈਟੋਸਫੀਅਰ। ਸਟ੍ਰੈਟੋਸਫੀਅਰ ਨੂੰ ਸਮ ਤਾਪ ਮੰਡਲ ਕਿਹਾ ਜਾਂਦਾ, ਠੀਕ ਹੈ। ਇਟ ਲਾਈਜ਼ ਬਿਹਾਈਂਡ ਟ੍ਰੋਪੋਸਫੀਅਰ। ਟ੍ਰੋਪੋਸਫੀਅਰ ਤੋਂ ਜਿਹੜੀ ਉੱਪਰਲੀ ਪਰਤ ਹੁੰਦੀ ਹੈ, ਠੀਕ ਹੈ, ਪਹਿਲੀ ਤੋਂ ਦੂਸਰੀ ਪਰਤ ਦੀ ਗੱਲ ਕਰੀਏ
ट्रोपोस्फीयर परिवर्तन मंडल की उपरली सीमा जी हैगी है उन्होंने तुसी स्ट्रेटोस्फीयर कहने हो, दूसरी परत कहने हो। ठीक है, ये जी हाइट सानू मिलती है एल्टीट्यूड ऑफ 50 किलोमीटर्स फ्रॉम द अर्थ सर्फेस से मिलती है। ठीक है, इत्थे जाके इस लेयर जी सैकेंड लेयर जी थोड़ी हैगी है स्ट्रेटोस्फीयर समताप मंडल है रिमेन्स। इत्थे जाके टैंपरेचर जोड़ा हैगा वो लैप्स रेट की गल असीं पिछली लेयर च कीती है कि हाइट के वधन नाल टैंपरेचर घटना शुरू हो जाता है। बट इस लेयर दे विच जे असीं गल करते हैं टैंपरेचर रिमेन्स कॉन्सटेंट फॉर सम डिस्टेंस कुछ टाइम जो सम डिस्टेंस से जाके लाइक 0 to 50 किलोमीटर्स दे विच तुसीं जे आपां गल करिए। ठीक है, मतलब 12 to 50 तक या जी तुसीं फस्ट लेयर जी की सीगी उन्होंने तुसीं 18 किलोमीटर्स तक किसी बुक च लिखिया किसी 12 लिखिया होया है। मतलब इस तो नैक्सट जो 50 किलोमीटर्स तक जे आपां गल करिए तो उत्थे जाके जो टैंपरेचर है रिमेन्स कॉन्सटेंट वो स्टेबल हो जाता है, उसदे विच वधा घटा नहीं होता है। दिस जे तुसीं हुण उस तो बाद टैंपरेचर थोड़ा इस 50 तो बाद जो टैंपरेचर है वो वधना शुरू हो जाता है। उसनूं तुसीं ओजोन लेयर की ये प्रेजेंस की गल करते हैं असीं द राइज ऑफ ड्यू टू द प्रेजेंस ऑफ ओजोन जोड़ा है। ओजोन लेयर की होंदी है जिहदे मतलब O3 जिहदे विच ऑक्सीजन के 3 मॉलिक्यूल्स होंदे ने। ठीक है, तो और ये जी ओजोन है ये साडे लई ਜਿਹੜੀਆਂ ਸਾਡੀਆਂ ਹਾਰਮਫੁਲ ਅਲਟਰਾਵਾਇਲਟ ਰੇਡੀਏਸ਼ਨ ਜਿਹੜੀ ਸਨ ਤੋਂ ਸਾਨੂੰ ਮਿਲ ਰਹੀਆਂ ਨੇ ਉਹਨੂੰ ਇਹ ਅਬਜ਼ੋਰਬਡ ਕਰ ਲੈਂਦੀ ਹੈ, ਉਹਨੂੰ ਸਾਨੂੰ बचा के रखती है ये लेयर। और जे तुसी गल करो कि ये डिप्लेशन इस लेयर की क्यों हो रही है बिकॉज असी ज़्यादा फ्रॉम जो इंडस्ट्रीयल पोल्यूशन है क्लोरोफ्लोरो CFC कार्बनस ठीक है हैगे ने तो नाइट्रोजन है वो पोल्यूशन के करके इंडस्ट्रीयल पोल्यूशन के करके जी ये ओजोन साडा कवच बनी हुई है वो डिप्लीट हो रही है जल्दी तो मतलब जल्दी खत्म हो रही है। डिप्लीशन ਇਹਦਾ घटना खत्म होना। ठीक है, बट जे तुसी गल करो कि इत्थे ओजोन जिथे प्रेजेंस है उस इस लेयर दे विच उत्थे जाके टैंपरेचर जोड़ा हैगा थोड़ा वधना शुरू हो जाता है। ठीक है, दिस इज लाइक दिस स्ट्रेटोस्फीयर 50 किलोमीटर्स तक एंड मेसोस्फीयर कह सकते हो। ठीक है, ये सेंटर जो उपरों आ गया। ठीक है, इससे ट्रोपोपॉज ते स्ट्रेटोस्फीयर जो विच तुसी देख रहे हो ये जो ओजोन जी लेयर हैगी है ओजोनोस्फीयर जिन्हें तुसी कह सकते हो वो प्रेजेंट होंदी है। ठीक है, सैकेंडली तुसी इस लेयर की जी बेस्ट गल ये हैगी है कि दिस लेयर इज़ ऑलमोस्ट फ्री फ्रॉम द क्लाउड्स। जिन्ने भी वैदर फिनोमिनाज की तुसी गल की है वो सारे तुहानूं ट्रोपोस्फीयर विच मिलते हैं, परिवर्तन मंडल विच मिलते हैं। बट जी ये लेयर समताप जो मंडल है ये जोड़े वैदर फिनोमिनाज ने वो नहीं मिलते। ये लेयर बिल्कुल ही फ्री फ्रॉम द क्लाउड्स होंदी है जिस करके तुसी इहनूं कह सकते हो कि दिस इज़ द मोस्ट आइडियल कंडीशन फॉर फ्लाइंग ऑफ एरोप्लेन्स। ठीक है, एंड जोड़े एरोप्लेन्स फ्लाई करते हैं ठीक है वो लोअर स्ट्रेटोस्फीयर के विच फ्लाई करते हैं। ठीक है, बिकॉज इत्थे जोड़े वैदर फिनोमिनाज ने वो नहीं मिलते और ये करके जी ये लेयर हैगी आ आइडियल कंडीशन मनी गई है फॉर द फ्लाइंग ऑफ द एरोप्लेन्स। ठीक है, दैन तुसी ओजोनोस्फीयर की गल की। ओजोन जी हैगी इट लाइज एन एल्टीट्यूड बिटवीन कितनी हाइट से मिलती है सानू 30 to 60 किलोमीटर्स से मिलती है। ठीक है, फ्रॉम द अर्थ सर्फेस। ठीक है, ये तुसी कह सकते हो कि स्ट्रेटोस्फीयर एंड लोअर मेसोस्फीयर दे विच सानू मिलती है ये वाली लेयर। ठीक है, दिस लेयर रिफ्लैक्ट्स द जिवें तुहानूं पहलां दस्सिया हार्मफुल जिहड़ियां अल्ट्रावायलेट रेडिएशन ने सूरज दीयां किरणां ने उहदे तो सानू बचाउंदी है। ठीक है, ये ओजोनोस्फीयर नूं कई बार तुहानूं 2 नंबर का कोई क्वेश्चन आ जाता है कि द ओजोनोस्फीयर इज ऑल्सो कॉल्ड अ कैमोस्फीयर क्योंकि इनू असीं कैमोस्फीयर इस करके कहने बिकॉज इत्थे लॉट्स ऑफ कैमिकल एक्टिविटीज़ होंदियां ने। ठीक है, और इत्थे जाके जो टैंपरेचर हैगा वो राइज एट द रेट 5 डिग्री पर किलोमीटर थ्रू द ओजोनोस्फीयर। जे तुसी एक गल बिल्कुल ध्यान नाल याद रखनी है कि जो ट्रोपोस्फीयर है वो नॉर्मल लैप्स रेट है टैंपरेचर हाइट दे इंक्रीज़ होने नाल डिक्रीज़ होंदा है। स्ट्रेटोस्फीयर दे विच आके कॉन्सटेंट बन जाता है बट जिथे ओजोन की प्रेजेंस है उत्थे टैंपरेचर अगेन राइज होना शुरू हो जाता है। तो तुसी थर्ड लेयर की गल करो डैट इज़ द मेसोस्फीयर। दैन वी विल गो नैक्सट दिस डायग्राम अगेन तुहानूं मैं दिखाना चाह रही हूँ कि ये है मेसोस्फीयर। ठीक है, सब तो पहला ट्रोपोस्फीयर फिर ट्रोपोपॉज सेम एज स्ट्रेटोस्फीयर है समताप मंडल है एंड दैन स्ट्रेटोपॉज इसकी जो बाउंड्री खत्म होंगी जिथे एंड होंदा स्ट्रेटोस्फीयर का उसनूं तुसीं स्ट्रेटोपॉज कहने हो समताप मंडल की जिहड़ी सीमा हैगी है। ठीक है, उस तो बाद आ गई थर्ड लेयर जिसकी गल करते हो मेसोस्फीयर तो उस तो बाद मेसोपॉज जिथे इसकी बाउंड्री आती है।
ठीक है। दैन अगेन मैसोस्फीयर जिहड़ा हुंदा यह स्ट्रैटोस्फीयर के उपर है, ठीक है, जिहदी हाइट एक्सटेंड करती है 80 किलोमीटर ते, ठीक है। इत्थे इस लेयर ते पहुँच के जिहड़ा टैंपरेचर है फिर डिक्रीज़ होना शुरू हो जाता है, ठीक है। इत्थे जाके फिर इनक्रीज़ इन एल्टीट्यूड एंड टैंपरेचर डिक्रीजेस, ठीक है। मतलब कि फिर हाइट के वधन नाल टैंपरेचर ने डिक्रीज़ होना शुरू हो गया, ठीक है। तो जिहड़ी इहदी उपर लिमिट हुंदी उहनूं तुसीं मैसोस्फीयर कहने हो, मतलब मैसोस्फीयर दी पंजाबी मध मंडल है। तो जिहड़ी इहदी अपर लिमिट कह सकते हो या इहदे जिथे मैसोस्फीयर की बाउंड्री खत्म होंदी है, ठीक है, उन्होंने तुसीं मैसोपॉज कह सकते हो, मध मंडल की सीमा, ठीक है। दैन आ गया नैक्सट लेयर जिहड़ी हैगी है थर्मोस्फीयर, जिहड़ी उस तो भी उपर है, ठीक है। इन द थर्मोस्फीयर टैंपरेचर राइजिज, इत्थे जाके टैंपरेचर फिर इनक्रीजिंग हाइट होने दे नाल हाइट के वधन नाल टैंपरेचर होर वधना शुरू हो गया, ठीक है। इस लेयर दे विच जिहड़ी हैगी है आइनोस्फीयर भी कहा जाता है, ठीक है। इनू इस लेयर का पार्ट है, मतलब वो, ठीक है। ये जिहड़ी एक्सटेंड करती है बाउंड्री 80 तो 400 किलोमीटर दे विच। जे तुसीं गल करो तुहाडा इंटरनैशनल जिहड़ा स्पेस स्टेशन है या सैटेलाइट्स के ऑर्बिट्स ने सानूं सारे इसी लेयर दे विच ही मिलते हैं, तो रेडियो ट्रांसमिशन एक्टिविटीज़ भी जिहड़ियां होंदियां ने वो इसी लेयर दे विच होंदियां ने। इनू अगे 2 टाइप्स दे विच वंडिया गया, ए ते बी, ठीक है। थर्मोस्फीयर नूं पहलां आइनोस्फीयर ए पार्ट, ठीक है, एक्सोस्फीयर जिहड़ा इहदा बी पार्ट है जिन्हों बाहरी मंडल। हुण आइनोस्फीयर दे विच इह इलैक्ट्रिकली चार्ज लेयर होंदी है, ठीक है। 80 तो 400 किलोमीटर दे उस मिलती है बाउंड्री, मतलब हाइट दे विच सानूं मिलती है, ठीक है। तो इस जिहड़े तुहानूं जिन्ने भी तुसीं रेडियो दियां वेव्स ने वो ट्रांसमिटेड फ्रॉम द अर्थ एंड आर रिफ्लैक्टेड बैक टू द सरफेस बाय दिस लेयर, वो सानूं इसे लेयर करके ही जिहड़े तुसीं रेडियो दे जिहड़ियां वेव्स ने वो तुसीं इत्थों जिहड़ा रेडियो स्टेशनस जिहड़े तुहाडे सिगनल्स लैंदे ने वो इसी लेयर दे विच है प्रेजेंट है, ठीक है। एक्सोस्फीयर जिहड़ा हैगा अपर मोस्ट लेयर होंदी है जिहड़ी 400 किलोमीटर तो भी उपर है, ठीक है। और इस लेयर दे विच जिहड़ा टैंपरेचर है वो ग्रैजुअली इनक्रीज थ्रू द लेयर एंड जिहड़ियां बहुत लाइट गैसेस ने लाइक हीलियम एंड हाइड्रोजन जिहड़ियां ने स्पेस दे विच सानूं इसी लेयर दे विच ही मिलदियां ने, ठीक है। हुण एक बारी दोबारा तुसीं डायग्राम देख के एक बिल्कुल देख सकते हो। फस्ट लेयर जिहड़ी हुंदी है उहदे विच सारे वैदर फिनोमिना सानूं प्रेजेंट मिलते हैं, क्लाउड्स, ठीक है, जिसे ट्रोपोस्फीयर तुसीं कह सकते हो। सैकेंड जिहड़ी हैगी स्ट्रैटोस्फीयर जिहड़ी बिल्कुल फ्री है सारे वैदर फिनोमिना तो, आइडियल कंडीशन मनी गई है तुहाडी एरोप्लेन्स ਦੀ फ्लाई करन दे लई, ठीक है। मैट्रोइड्स थानू मैसोस्फीयर च मिलते हैं, स्पेस क्राफ्ट थानू थर्मोस्फीयर च मिलते हैं एंड सैटेलाइट्स के जिहड़े होर चीज़ां ने जो थानू एक्सोस्फीयर जिहड़ी पॉइंट दी बाउंड्री जिहड़ी हैगी है वो बिल्कुल टॉप मोस्ट लेयर हैगी है। तो जिथे भी इन्हां दी सीमा की गल कीती गई है एक लेयर की, उसनूं तुसीं पॉज वर्ड दे नाल लिखना है, ट्रोपोपॉज, स्ट्रैटोपॉज, मैसोपॉज, ठीक है। आई थिंक जिहड़ा यह लैक्चर है तुहानूं सारिआं नूं चंगी तरह समझ आ गया होगा। जे तुसीं इस क्वेश्चन दे विच एग्जाम च बहुत अच्छे मार्क्स लैना चाਹੁੰਦੇ हो तो ਤੁਹਾਨੂੰ ਜਿਹੜੀ ਕੰਪੋਜੀਸ਼ਨ ਆਫ ਦ ਐਟਮੋਸਫੀਅਰ ਦੀ ਡਾਇਗਰਾਮ ਬਣਾਈ ਗਈ ਹੈ ਗੈਸਿਸ ਵਾਲੀ, ਇਹ ਐਜ਼ ਇਟ ਇਜ਼ ਤੁਸੀਂ ਬਣਾ ਸਕਦੇ ਹੋ। ਇਹ ਇੱਕ ਯਾਦ ਕਰਨ ਲਈ ਵੀ ਬਹੁਤ ਵਧੀਆ ਤਰੀਕਾ ਹੈ, ਰਾਈਟ। ਔਰ ਉਸ ਤੋਂ ਬਾਅਦ ਜੇ ਤੁਸੀਂ ਆਪਣਾ ਸਟਰਕਚਰ ਆਫ ਦੀ ਐਟਮੋਸਫੀਅਰ ਦੀ ਗੱਲ ਕਰਨੀ ਹੈ ਤਾਂ ਤੁਸੀਂ ਇਹ ਹਾਈਟ, ਪ੍ਰੈਸ਼ਰ ਐਂਡ ਟੈਂਪਰੇਚਰ ਔਰ ਇਹ ਸਾਰੀਆਂ ਲੇਅਰਸ ਜਿਹੜੀਆਂ ਨੇ ਉਹਨਾਂ ਨੂੰ ਐਜ਼ ਇਟ ਇਜ਼ ਤੁਸੀਂ ਲਿਖ ਕੇ ਆ ਸਕਦੇ ਹੋ, ठीक है। ट्रोपोस्फीयर, ट्रोपोपॉज, स्ट्रेटोस्फीयर, स्ट्रेटोपॉज, मेसोस्फीयर, मेसोपॉज, थर्मोस्फीयर, एक्सोस्फीयर एंड आइनोस्फीयर, राइट। थैंक यू स्टूडेंट्स, थैंक यू वेरी मच एंड होर वीडियोज़ ली होर लेक्चर्स ली प्लीज़ सब्सक्राइब माई चैनल विजडम वर्ल्ड। थैंक यू सो मच।